ਹੈਲੋ ਦੋਸਤੋ, ਸਵਾਗਤ ਕਰਦੇ ਹਾਂ ਤੁਹਾਡੇ ਸਭ ਦਾ ਹੀ ਜੀ ਰੇਸ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਜੀ। ਸੋ ਦੋਸਤੋ, ਅੱਜ ਦੀ ਕਲਾਸ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ 22 ਅਤੇ 23 ਫਰਵਰੀ ਦੀਆਂ ਸਾਰੀਆਂ ਇੰਪੋਰਟੈਂਟ ਕਰੰਟ ਅਫੇਅਰ ਨਿਊਜ਼ ਬਾਰੇ ਜੀ। ਬਿਲਕੁਲ ਪੰਜਾਬੀ ਦੇ ਵਿੱਚ ਆਪਾਂ ਇਹਨਾਂ ਬਾਰੇ ਗੱਲਬਾਤ ਕਰਾਂਗੇ, ਜਿਹੜੀ ਕਿ ਤੁਹਾਡੇ ਆਉਣ ਵਾਲੇ ਹਰ ਇੱਕ ਪੰਜਾਬ ਦੇ ਐਗਜ਼ਾਮ ਲਈ ਇੰਪੋਰਟੈਂਟ ਰਹਿਣ ਵਾਲੀਆਂ ਨੇ ਜੀ। ਸੋ ਸਾਰੀ ਕਲਾਸ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਜੀ, ਬਹੁਤ ਕੁਝ ਤੁਹਾਨੂੰ ਸਿੱਖਣ ਨੂੰ ਮਿਲੇਗਾ। ਔਰ ਜਿਹੜਾ ਤੁਹਾਡੇ ਹਰ ਇੱਕ ਗੌਰਮੈਂਟ ਐਗਜ਼ਾਮ ਦੇ ਅਗਰ ਆਪਾਂ ਗੱਲ ਕਰੀਏ ਹੁਣ ਜਿਹੜੇ ਜਿੰਨੇ ਪੰਜਾਬ ਦੇ ਆਉਣਗੇ ਸਪੈਸ਼ਲੀ ਸਭ ਵਿੱਚ ਕੰਮ ਆਉਣਗੇ ਕੁਐਸਚਨ, ਔਰ ਤੁਹਾਨੂੰ ਇਹਨਾਂ ਵਿੱਚੋਂ ਜਿਹੜੇ ਕਰੰਟ ਅਫੇਅਰ ਜਿਹੜੇ ਕੁਐਸਚਨ ਦੇਖਣ ਨੂੰ ਮਿਲਣਗੇ। ਸੋ ਬਿਨਾਂ ਕਿਸੇ ਦੇਰੀ ਤੋਂ ਜੀ ਸ਼ੁਰੂ ਕਰਦੇ ਆਪਾਂ ਅੱਜ ਦੀ ਕਲਾਸ, ਜਿਹਦੇ ਵਿੱਚ ਕਿ ਆਪਾਂ 22 ਅਤੇ 23 ਫਰਵਰੀ ਦੀਆਂ ਜਿੰਨੀਆਂ ਵੀ ਕਰੰਟ ਅਫੇਅਰ ਨਿਊਜ਼ ਨੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਸੋ ਸਭ ਤੋਂ ਫਸਟ ਕੁਐਸਚਨ ਹੈ ਜੀ ਆਪਣਾ, ਹੂ ਬਿਕਮ ਦੀ ਫਸਟ ਵੂਮਨ ਇਨ ਇੰਡੀਪੈਂਡੈਂਟ ਇੰਡੀਆ ਟੂ ਬੀ ਹੈਂਗਡ। ਦੇਖੋ ਜੀ, ਕਹਿੰਦੇ ਸੁਤੰਤਰ ਭਾਰਤ ਦੀ ਪਹਿਲੀ ਔਰਤ ਹੁਣ ਕੌਣ ਬਣੀ ਹੈ ਜਿਸ ਨੂੰ ਹੁਣ ਫਾਂਸੀ ਦਿੱਤੀ ਗਈ। ਦੇਖੋ ਜੀ, ਇਹ ਕੁਐਸਚਨ ਮੋਸਟ ਇੰਪੋਰਟੈਂਟ ਰਹਿਣ ਵਾਲਾ ਗਾ, ਔਰ ਇਹਨਾਂ ਦਾ ਨਾਮ ਸੁਣਨੇ ਧਿਆਨ ਵਿੱਚ ਰੱਖਣਾ। ਇਹਨਾਂ ਦਾ ਨਾਮ ਗਾ ਸ਼ਬਨਮ। ਦੇਖੋ ਜੀ, ਸ਼ਬਨਮ ਦੀ ਅਗਰ ਆਪਾਂ ਗੱਲ ਕਰੀਏ ਤਾਂ ਇਹ ਮਥੁਰਾ ਜੇਲ੍ਹ ਵਿੱਚ ਹੈਗੀ ਸੀ। ਹੁਣ ਮਥੁਰਾ ਤੁਹਾਨੂੰ ਪਤਾ ਯੂਪੀ ਦੇ ਵਿੱਚ ਹੈਗੀ। ਔਰ ਇਹ ਸ਼ਬਨਮ ਦੀ ਗੱਲ ਕਰੀਏ ਤਾਂ ਇਹ ਬਿਲੋਂਗ ਵੀ ਅਮਰੋਹਾ ਡਿਸਟ੍ਰਿਕਟ ਯੂਪੀ ਤੋਂ ਕਰਦੀ ਹੈਗੀ। ਔਰ ਦੇਖੋ ਇਹਨੂੰ ਫਾਂਸੀ ਕਿਉਂ ਦਿੱਤੀ ਜਾ ਰਹੀ ਹੈਗੀ। ਦੇਖੋ ਜੀ, ਸ਼ਬਨਮ 2008 ਦੇ ਵਿੱਚ ਆਪਣੇ ਪ੍ਰੇਮੀ ਨਾਲ ਰਲ ਕੇ ਸ਼ਬਨਮ ਨੇ ਆਪਣੇ ਪਰਿਵਾਰ ਜਣਿਆਂ ਦੀ ਜਾਣੀ ਕਿ 7 ਜਣਿਆਂ ਦੀ ਕਹਾੜੀ ਨਾਲ ਹੱਤਿਆ ਕਰ ਦਿੱਤੀ ਸੀਗੀ, ਤਾਂ ਕਰਕੇ ਇਹ ਮਥੁਰਾ ਜੇਲ੍ਹ ਵਿੱਚ ਸੀਗੀ। ਔਰ ਹੁਣ ਇਸ ਨੂੰ ਫਾਂਸੀ ਦਿੱਤੀ ਜਾਏਗੀ। ਔਰ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਜਿਹਾ ਕੋਈ ਹੋ ਰਿਹਾਗਾ ਵੀ ਕਿਸੇ ਔਰਤ ਨੂੰ ਜਿਹੜਾ ਫਾਂਸੀ ਜਿਹੜੀ ਦਿੱਤੀ ਜਾ ਰਹੀ ਹੈਗੀ। ਸੋ ਤਾਂ ਕਰਕੇ ਆਪਣੇ ਲਈ ਇਹਨਾਂ ਦਾ ਨਾਮ ਇੰਪੋਰਟੈਂਟ ਬਣਦਾ ਗਾ, ਠੀਕ ਹੈ ਨਾ। ਤਾਂ ਸਿੱਧੀ ਜੀ ਗੱਲ ਸੁਣੇ, ਬਸ ਇਹਨਾਂ ਦਾ ਨਾਮ ਧਿਆਨ ਵਿੱਚ ਰੱਖਣਾ। ਔਰ ਇਹ ਕਿਹੜੀ ਜੇਲ੍ਹ ਵਿੱਚ ਸੀ? ਮਥੁਰਾ ਜੇਲ੍ਹ ਵਿੱਚ ਹੈਗੀ ਸੀਗੀ, ਠੀਕ ਹੈ ਨਾ। ਸੋ ਇੰਨੇ ਫੈਕਟ ਇਸ ਕੁਐਸਚਨ ਨਾਲ ਰਿਲੇਟਡ ਧਿਆਨ ਵਿੱਚ ਜ਼ਰੂਰ ਰੱਖਣੇ ਪੈਣਗੇ ਤੁਹਾਨੂੰ, ਸਾਰੇ ਇਹ ਇੰਪੋਰਟੈਂਟ ਨੇਗੇ। ਬਾਕੀ ਦੇਖੋ, ਇਸ ਤੋਂ ਇਲਾਵਾ ਆਪਾਂ ਗੱਲ ਕਰੀਏ ਆਪਸ਼ਨ ਨੰਬਰ ਬੀ ਬਾਰੇ, ਗੀਤਾਂਜਲੀ ਰਾਓ ਬਾਰੇ। ਗੀਤਾਂਜਲੀ ਰਾਓ ਬਾਰੇ ਯਾਦ ਰੱਖਿਓ ਜੀ, ਇਹਨਾਂ ਨੂੰ ਕਿਡ ਆਫ ਦੀ ਈਅਰ ਚੁਣਿਆ ਗਿਆ ਸੀ। ਹੁਣ ਕਿਸ ਦੇ ਦੁਆਰਾ? ਟਾਈਮ ਮੈਗਜ਼ੀਨ ਦੇ ਦੁਆਰਾ, ਠੀਕ ਹੈ ਨਾ। ਬਾਕੀ ਬਾਲਾ ਦੇਵੀ ਬਾਰੇ ਵੀ ਯਾਦ ਰੱਖ ਸਕਦੇ ਹੋ ਜੀ, ਯੂਰਪੀਅਨ ਲੀਗ ਦੇ ਵਿੱਚ ਗੋਲ ਕਰਨ ਵਾਲੀ ਪਹਿਲੀ ਮਹਿਲਾ ਫੁੱਟਬਾਲਰ ਬਣੀ ਸੀਗੀ ਭਾਰਤ ਦੀ ਬਾਲਾ ਦੇਵੀ, ਠੀਕ ਹੈ ਨਾ, ਯਾਦ ਰੱਖਣਾ। ਬਾਕੀ ਇਸ ਤੋਂ ਇਲਾਵਾ ਰੇਨੂ ਦੇਵੀ ਦਾ ਨਾਮ ਵੀ ਇੰਪੋਰਟੈਂਟ ਹੈ ਜੀ। ਰੇਨੂ ਦੇਵੀ ਕੌਣ ਹੈ ਵੈਸੇ? ਦੇਖੋ ਜੀ, ਬਿਹਾਰ ਦੀ ਡਿਪਟੀ ਸੀਐਮ ਬਣੀ ਸੀ ਇਹ ਹੁਣ, ਔਰ ਪਹਿਲੀ ਵਾਰ ਬਿਹਾਰ ਦੀ ਕੋਈ ਡਿਪਟੀ ਸੀਐਮ ਮਹਿਲਾ ਬਣੀ ਹੈਗੀ, ਔਰ ਜਿਹਨਾਂ ਦਾ ਨਾਮ ਹੈ ਰੇਨੂ ਦੇਵੀ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਵੀ ਨਾਲ ਧਿਆਨ ਵਿੱਚ ਰੱਖ ਲਿਓ ਜੀ, ਇਹ ਵੀ ਆਪਣੇ ਲਈ ਇੰਪੋਰਟੈਂਟ ਨੇ। ਦੇਖੋ ਜੀ, ਇਸ ਤੋਂ ਇਲਾਵਾ ਤੁਹਾਨੂੰ ਮੈਂ 1-2 ਨਾਮ ਹੋਰ ਦੱਸ ਦੇਣਾ। ਵੈਸੇ ਦੇਖੋ, ਤੁਹਾਡੇ ਯਾਦ ਹੋਏਗਾ ਆਪਾਂ ਨੇ ਇੱਕ ਪੜ੍ਹਿਆ ਸੀ ਐਮ ਬੀਰਾ ਲక్ష్ਮੀ ਦਾ ਨਾਮ। ਐਮ ਬੀਰਾ ਲక్ష్ਮੀ ਕੌਣ ਸੀ ਭਲਾ? ਤਮਿਲਨਾਡੂ ਸਟੇਟ ਦੇ ਵਿੱਚ ਐਂਬੂਲੈਂਸ ਚਲਾਉਣ ਵਾਲੀ ਪਹਿਲੀ ਮਹਿਲਾ ਡਰਾਈਵਰ ਬਣੀ ਸੀ, ਜਾਣੀ ਕਿ ਪਹਿਲੀ ਮਹਿਲਾ ਐਂਬੂਲੈਂਸ ਡਰਾਈਵਰ ਬਣੀ ਆਪਣੇ ਦੇਸ਼ ਦੀ। ਔਰ ਇਹਨਾਂ ਦਾ ਨਾਮ ਹੈਗਾ ਐਮ ਬੀਰਾ ਲక్ష్ਮੀ, ਠੀਕ ਹੈ ਨਾ। ਇਹਨਾਂ ਦਾ ਨਾਮ ਧਿਆਨ ਵਿੱਚ ਰੱਖਣਾ। ਔਰ ਇਸ ਤੋਂ ਇਲਾਵਾ ਦੇਖੋ, ਇੱਕ ਨਾਮ ਹੋਰ ਪੜ੍ਹਿਆ ਸੀ ਵੈਸੇ ਆਪਾਂ ਨੇ, ਪੂਜਾ ਦੇਵੀ ਦਾ। ਪੂਜਾ ਦੇਵੀ ਕੌਣ ਆ? ਹੁਣ ਦੇਖੋ ਜੀ, ਆਪਾਂ ਨੇ ਪੜ੍ਹਿਆ ਸੀ ਜੰਮੂ ਅਤੇ ਕਸ਼ਮੀਰ ਦੇ ਵਿੱਚ ਬੱਸ ਡਰਾਈਵਰ ਹੈ, ਠੀਕ ਹੈ ਨਾ, ਜਾਣੀ ਕਿ ਪਹਿਲੀ ਮਹਿਲਾ ਬੱਸ ਡਰਾਈਵਰ ਬਣੀ ਸੀ ਜੰਮੂ ਕਸ਼ਮੀਰ ਦੀ। ਔਰ ਇਹਨਾਂ ਨਾਮ ਹੈਗਾ ਪੂਜਾ ਦੇਵੀ, ਠੀਕ ਹੈ ਨਾ। ਅਤੇ ਨਾਲ ਤੁਸੀਂ 1-2 ਨਾਮ ਇਹ ਵੀ ਧਿਆਨ ਵਿੱਚ ਰੱਖ ਲਓ ਇਸ ਕੁਐਸਚਨ ਨਾਲ ਰਿਲੇਟਡ। ਇਹ ਸਾਰੇ ਨਾਮ ਹੀ ਲੇਟੈਸਟ ਹੈਗੇ ਨੇਗੇ, ਜਿਹੜੇ ਕਿ ਹਾਲ ਹੀ ਦੇ ਵਿੱਚ ਜਿਹੜੇ ਆਪਣੇ ਨਿਊਜ਼ ਦੇ ਵਿੱਚ ਰਹੇ ਸੀਗੇ, ਠੀਕ ਹੈ ਜੀ। ਸੋ ਇਹ ਵੀ ਆਪਣੇ ਲਈ ਇੰਪੋਰਟੈਂਟ ਨੇਗੇ। ਸੋ ਗੱਲ ਕਰਦੇ ਹੁਣ ਆਪਾਂ ਨੈਕਸਟ ਕੁਐਸਚਨ ਬਾਰੇ ਜੀ। ਵਿਚ ਸਟੇਟ ਸਟਾਰਟਡ ਦੀ ਮਿਸ਼ਨ ਲਾਲ ਲਕੀਰ। ਦੇਖੋ ਜੀ, ਕਹਿੰਦੇ ਕਿਹੜੇ ਰਾਜ ਸਰਕਾਰ ਨੇ ਮਿਸ਼ਨ ਲਾਲ ਲਕੀਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਾ। ਦੇਖੋ ਜੀ, ਇਹਦਾ ਸ਼ੁਰੂ ਕਰਨ ਦਾ ਐਲਾਨ ਕੀਤਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦੁਆਰਾ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਵੀ ਹੁਣ ਅਸੀਂ ਮਿਸ਼ਨ ਲਾਲ ਲਕੀਰ ਨੂੰ ਸ਼ੁਰੂ ਕਰਨਾ ਗਾ। ਦੇਖੋ, ਮਿਸ਼ਨ ਲਾਲ ਲਕੀਰ ਹੈਗਾ ਕੀ ਅਸਲ ਵਿੱਚ, ਤੁਹਾਨੂੰ ਇਹ ਗੱਲ ਦਾ ਪਤਾ ਹੋਣਾ ਚਾਹੀਦਾ ਗਾ। ਦੇਖੋ, ਜਿਹੜਾ ਇਹ ਮਿਸ਼ਨ ਲਾਲ ਲਕੀਰ ਹੈ ਨਾ, ਅਸਲ ਦੇ ਜਿਹੜੇ ਪੰਜਾਬ ਦੇ ਪਿੰਡ ਨੇਗੇ, ਠੀਕ ਹੈ ਨਾ, ਲਗਭਗ 13,000 ਦੇ ਲਗਭਗ ਪਿੰਡ ਹੈਗੇ ਨੇਗੇ। ਔਰ ਇਹਨਾਂ ਦੇ ਵਿੱਚ ਦੇਖੋ ਜੀ, ਜਿਹੜਾ ਵੀ ਆਪਣੇ ਪਿੰਡ ਦੀ ਫਿਰਨੀ ਹੁੰਦੀ ਹੈ, ਠੀਕ ਹੈ ਨਾ, ਫਿਰਨੀ ਦਾ ਤੁਹਾਨੂੰ ਪਤਾ ਹੋਏਗਾ। ਔਰ ਫਿਰਨੀ ਦੇ ਵਿੱਚ ਜਿੰਨੇ ਵੀ ਘਰ ਹੁੰਦੇ ਨੇ, ਦੇਖੋ ਆਪਾਂ ਨੂੰ ਜ਼ਮੀਨ ਹੁੰਦੀ ਆ, ਉਹਦੀ ਕੋਈ ਵੀ ਰਜਿਸਟਰੀ ਨਹੀਂ ਹੁੰਦੀ। ਹਾਲਾਂਕਿ ਜਿਹੜੀ ਫਿਰਨੀ ਤੋਂ ਬਾਹਰ ਵਾਲੀ ਆਪਣੀ ਜਿਹੜੀ ਖੇਤਾਂ ਦੀਆਂ ਜ਼ਮੀਨਾਂ ਹੁੰਦੀਆਂ ਨੇਗੀਆਂ, ਠੀਕ ਹੈ ਨਾ, ਉਹਨਾਂ ਦੀਆਂ ਰਜਿਸਟਰੀਆਂ ਸਾਰੀਆਂ ਹੁੰਦੀਆਂ ਨੇ, ਜਾਣੀ ਕਿ ਉਹਦਾ ਸਾਰਾ ਰਿਕਾਰਡ ਪਟਵਾਰੀ ਕੋਲ ਦਰਜ ਹੁੰਦਾ, ਸਾਰੀ ਫਰਦ ਵਗੈਰਾ ਸਾਰੇ ਕੁਝ ਹੁੰਦਾ ਗਾ। ਪਰ ਜਿਹੜੀ ਇਹ ਫਿਰਨੀ ਦੇ ਅੰਦਰ, ਜਾਣੀ ਕਿ ਲਾਲ ਲਕੀਰ ਦੇ ਅੰਦਰ ਵਾਲਾ ਏਰੀਆ ਨੂੰ ਕਹਿ ਦਿੰਦੇ ਹੈਗੇ। ਸੋ ਇਹਨਾਂ ਦਾ ਕੀ ਆ, ਹੁਣ ਸਾਰਾ ਰਿਕਾਰਡ ਸਰਕਾਰ ਕੋਲੇ ਕੀ ਆ ਦਰਜ ਰਹੇਗਾ, ਠੀਕ ਹੈ ਨਾ, ਦਰਜ ਕੀਤਾ ਜਾਏਗਾ, ਜਾਣੀ ਕਿ। ਤਾਂ ਇਹ ਸਾਰਾ ਮਿਸ਼ਨ ਲਾਲ ਲਕੀਰ ਹੈਗਾ, ਔਰ ਇਸ ਨੂੰ ਸ਼ੁਰੂ ਕਰਨ ਦਾ ਐਲਾਨ ਕੀਤਾ ਗਾ ਕੈਪਟਨ ਅਮਰਿੰਦਰ ਸਿੰਘ ਨੇ। ਔਰ ਉਹਨੇ ਕਿਹਾ ਗਾ ਵੀ ਮਤਲਬ ਜਦੋਂ ਇਹ ਲਾਲ ਲਕੀਰ ਮਿਸ਼ਨ ਸ਼ੁਰੂ ਕਰਾਂਗੇ ਤਾਂ ਇਹਦੇ ਵਿੱਚ ਕੀ ਹੋਏਗਾ ਨਾ, ਵੀ ਇੱਕ ਤਾਂ ਜਿਹੜੇ ਦੇਖੋ ਘਰਾਂ ਦੇ ਉੱਤੇ ਅਗਰ ਆਪਾਂ ਗੱਲ ਕਰੀਏ, ਪਿੰਡ ਦੇ ਜਿਹੜੇ ਘਰ ਹੁੰਦੇ ਜਿਹੜੇ ਲਾਲ ਲਕੀਰ ਦੇ ਅੰਡਰ ਆਉਂਦੇ ਨੇਗੇ, ਉਹਨਾਂ ਨੂੰ ਲੋਨ ਵਗੈਰਾ ਨਹੀਂ ਮਿਲਦਾ ਇੱਕ ਤਾਂ ਬੈਂਕਾਂ ਤੋਂ, ਜਾਂ ਉਹ ਵੀ ਜਦੋਂ ਆਪਾਂ ਥਾਣਿਆਂ 'ਚ ਕੋਈ ਮਸਲੇ ਲੈ ਕੇ ਜਾਂਦੇ ਹੈਗੇ ਤਾਂ ਅਜਿਹੇ ਮਸਲੇ ਜਿਹੜੇ ਲਾਲ ਲਕੀਰ ਦੇ ਅੰਡਰ ਆਉਂਦੇ ਨੇ ਤਾਂ ਉਹਨਾਂ ਨੂੰ ਸੁਲਝਾਉਣ ਵਿੱਚ ਕਿਤੇ ਨਾ ਕਿਤੇ ਦਿੱਕਤ ਆਉਂਦੀ ਹੈ, ਕਿਉਂਕਿ ਉਹਦੀ ਕੋਈ ਰਜਿਸਟਰੀ ਵਗੈਰਾ ਨਹੀਂ ਹੁੰਦੀ, ਠੀਕ ਹੈ ਨਾ।
बाकी ये 2-3 ਗੱਲਾਂ जी कहियां गईयां नेगियां ਤਾਂ सोने सीधा सोने याद रखना जी मिशन लाल कीर कित्थों दा गा अपने पंजाब स्टेट दा गा और लाल कीर हुंदी की है ये भी सुन मैं दस दिता गा और आई होप तुसीं समझ गए होंगे जी ठीक है ना कोई इन्नी औखी गल है नहीं ये विच सो ये याद रखना जी मिशन लाल कीर शुरू किया जाएगा हुण पंजाब सरकार वालों। बाकी देखो पंजाब की गल करिए इत्थों के गवर्नर हैगे ने जी बीपी सिंह बदनौर साहब और इत्थों की पहली महिला हुण चीफ सैक्रैटरी बनी है बिनी महाजन। बिनी महाजन का नाम भी ध्यान में रखियो ठीक है ये भी इंपोर्टेंट है। बाकी पंजाब की कैपिटल है जी हरियाणे की भी चंडीगढ़ है तुहानूं पता ही है भली भांति। बाकी पंजाब दी जिहड़ियां कुछ योजनावां ने वो इंपोर्टेंट नेगियां और देखो योजनावां किहड़ियां ने पंजाब दीयां याद रखना दिव्यांग सशक्तिकरण योजना पंजाब सरकार दी है, घर घर रोज़गार योजना की, स्मार्ट राशन कार्ड योजना पंजाब दी है और इस तो इलावा देखो एक आयुष्मान भारत सर्वत सेहत बीमा योजना पंजाब 100% योजना हैगी और एक आपने हाल ही में पढ़ी सी वैसे शगुन योजना ठीक है ना। सो शगुन योजना सुने ध्यान रखनी और इस तो इलावा एक बसेरा योजना भी आपने पढ़ी सीगी। तो ये सारिया कुछ योजनावां पंजाब दियां ने जिहड़ियां तुहानूं याद रखनियां पैणगियां जी ठीक है ना। बाकी कुछ इस तो इलावा तुहानूं मैं एप्लीकेशनस भी दसदा हुंदा पंजाब सरकार दियां जिहड़ियां कि जिवें कि डीजी नैस्ट नां दी एप्लीकेशन, कोवा पंजाब हो गया एप्लीकेशन ठीक है, PR इनसाइट नां दी एप्लीकेशन, वैसे PR इनसाइट एप्लीकेशन भी है और एक वैब पोर्टल भी हैगा ठीक है ना। और देखो एक होर सी आई रखवाली नां दा एप्लीकेशन। तो ये भी तुहानूं नाल नाल ध्यान रखने किहड़े एप्लीकेशन ने और किहड़ियां योजनावां ने। और इस तो इलावा होर की याद रख सकते हो देखो वाइल्ड लाइफ सेंचुरीज पंजाब दे विच किहड़े वाइल्ड लाइफ सेंचुरीज ने याद रखना अबोहर वाइल्ड लाइफ सेंचुरी है, हरीके वाइल्ड लाइफ सेंचुरी, झज्जर बचोली वाइल्ड लाइफ सेंचुरी, बीर मोती बाग वाइल्ड लाइफ सेंचुरी और एक होर है जी बीर भादसन वाइल्ड लाइफ सेंचुरी। तो ये सारिया वाइल्ड लाइफ सेंचुरियाँ पंजाब दे विच हैगियां नेगियां। और इस तो इलावा देखो एक फैक्ट होर याद रखना पंजाब ने जिहड़ी अपनी सिंधु डॉल्फिन है उसनूं अपना राज जल जीव भी चुनिया गा और जिहड़ी सिंधु डॉल्फिन है पाई कित्थे जांदी है वैसे ब्यास नदी विच पाई जाती है ठीक है ना। तो नाल नाल तुसीं ये सारे फैक्ट भी याद रख सकते होगे। सो ये सारे फैक्ट पंजाब दे नाल रिलेटेड नेगे ये सारे तुहानूं जरूर ध्यान में रखने। सो गल करते हैं आपां नैक्सट क्वेश्चन बारे जी। हुण आपां हू हैज़ वॉन दी कंचन नंबियर अवार्ड। देखो जी कहते किस नूं कंचन नंबियर पुरस्कार हुण जेहड़ा मिलिया गा। देखो जिहड़ा ये पुरस्कार मिलिया इस साल ये मिलिया जी प्रभा वर्मा नूं ठीक है ना। प्रभा वर्मा का नाम याद रखना कंचन नंबियर अवार्ड इन्होंने दिता गया। देखो प्रभा ये बारे याद रख सकते हो एक मलयालम भाषा इन्हों का बड़ा एक योगदान रहा ठीक है ना। सो मलयालम लेखक कह सकते हो इन्हों और इन्होंने दिता गया जी कंचन नंबियर अवार्ड ठीक है ना। सो ये बारे याद रखना सोने। बाकी देखो इस तो इलावा जो ऑप्शन ले गए ये भी हाल ही इन्होंने कुछ अवार्ड मिले ने इन्होंने बारे भी ध्यान में रखना पेगा जी सूँ। जिमें कि डॉक्टर शैली कैनी तो शुरुआत कर देंगे इन्हों अवार्ड जो मिला नैशनल फ्लोरेंस नाइटिंगेल अवार्ड इन्होंने दिता गया सी जी। और डॉक्टर अमित केसरवानी इन्हों नाम इंपोर्टेंट है क्योंकि इन्होंने इस साल डॉक्टर APJ अब्दुल कलाम साइंटिस्ट अवार्ड दिता गया सीगा ठीक है। बाकी डॉक्टर पिनाकी दत्ता बारे याद रखना इन्होंने डॉक्टर सुभाष मुखर्जी अवार्ड दिता गया सी। तो इन्होंने बारे भी याद रखियो जी ये भी इंपोर्टेंट ने अपने लिए ठीक है ना। बाकी दोस्तों क्लास अगर तुहानूं वधिया लगदी है तो लाइक करना ना भुल्लिया करो। सारिਆਂ ने लाइक जरूर करिया करो जी क्लास नूं और इनू शेयर भी जरूर कर दिया करो। जिन्ने भी तुहाडे स्टडी ग्रुप बने होणगे तो उत्थों तक इस क्लास नूं जरूर शेयर कर दिया करो ठीक है ना। बाकी एक गल होर जिन्हों ने भी रेस अकैडमी एप्लीकेशन डाउनलोड नहीं किया होया प्ले स्टोर पर जाके हुणी इस एप्लीकेशन को डाउनलोड कर लो क्योंकि इत्थे तुहानूं अपने बहुत सारा जिहड़ा एक स्टडी मटीरियल भी मिल जाएगा एक थां ते ही PDFs वगैरह और बहुत सारे तुहानूं कोर्सेज भी मिल जाएंगे जिन्हां राहीं तुसीं अपना उन्हां विच इनरोलमेंट भी कर सकते हो ठीक है ना। सो हुण गल करदे आपां नैक्सट क्वेश्चन बारे जी। दी सिटी ऑफ होशंगाबाद इन मध्य प्रदेश हैज़ बीन रीनेम्ड। देखो जी कहने मध्य प्रदेश देखो एक शहर है होशंगाबाद। होशंगाबाद शहर का नाम बदल के हुण की रख दिता गया गा। देखो जी असल में अगर आप गल करिए शहर बारे होशंगाबाद शहर बारे देखो इसका नाम हुण बदल के रख दिता गया नर्मदापुरम। देखो जी नर्मदापुरम नाम रखा है क्योंकि यह नर्मदा नदी के किनारे जिहड़ा शहर हैगा गा। और देखो अगर आप गल करिए इस शहर बारे ਇਹਦਾ शहर का पुराना नाम पहला नर्मदापुरम ही हैगा सीगा। ਇਹਦਾ नाम बदलिया सी। देखो इत्थे ना एक मालवा खेतर दे विच इत्थे एक राजा सीगा जिसका नाम सी हुशंग शाह। हुशंग शाह का लगभग शासन काल 1404 तो लैके 1435 तक रहा सी इत्थे ठीक है ना। तो हुशंग शाह ने की करिया नर्मदापुरम का नाम बदल के अपने नाम ते होशंगाबाद रख दिता।
पर हुण दुबारे सरकार ने होशंगाबाद का नाम चेंज करके नर्मदापुरम रख दिता। नर्मदा नदी के किनारे है, सीधा याद रख सकते हो तुसीं नर्मदापुरम ਇਹਦਾ नाम, ठीक है ना। तो सिंपल जिहा क्वेश्चन है जी, मध्य प्रदेश का यह शहर है, बस इन्ना जरूर ध्यान में रखियो। सो इंपोर्टेंट है और इसका नाम बदल के हुण नर्मदापुरम जिहड़ा रख दिता गया गा। बाकी देखो इस तो इलावा जिहड़े तीन शहर देख रहे हो ना, सब तो पहले गल करिए टल नगर की। एक नवा रायपुर नाम का शहर सीगा कित्थे, छत्तीसगढ़ स्टेट विच, उसका नाम बदल के नवा रायपुर का नाम बदल के टल नगर करता सरकार ने। और इस तो इलावा देखो एक फैज़ाबाद नाम का शहर सीगा यूपी का ही, फैज़ाबाद का नाम चेंज करके अयोध्या करता। और यूपी का ही एक शहर सी इलाहाबाद, बड़ा फेमस शहर है, तुहानूं पता होएगा, और उसका नाम चेंज करके सरकार ने प्रयागराज करता, ठीक है ना। तो ये सारे काम सरकार ने करे ने, नाम बदलती है ये, ठीक है ना, होर कुछ करते नहीं सके, शहरों के नाम ही बदलते हैं। तो बस सीधा तुहानूं इन्हां दा नाम याद रखना जी, ठीक है ना। ये बारे भी ये सारे इंपोर्टेंट ने अपने लिए। बाकी देखो शहर कित्थों का है, मध्य प्रदेश का। तो मध्य प्रदेश एक इंपोर्टेंट स्टेट अपने आप में। गल करिए मध्य प्रदेश बारे, कैपीटल है जी इत्थे भोपाल, और इत्थों के सीएम ने जी शिवराज चौहान साहब, गवर्नर है इत्थे आनंदीबेन पटेल। आनंदीबेन पटेल बारे याद रखना, यूपी की भी एडिशनल तौर पर गवर्नर यही हैगी। बाकी इत्थों के अपने पढ़िया सी जी चीफ जस्टिस थोड़े याद होएगा मोहम्मद रफीक बने सीगे, ठीक है ना। तो इन्ने क फैक्ट तो तुहानूं हमेशा सब नूं याद ही रहने चाहिए नेगे। बाकी देखो मध्य प्रदेश बारे गलबात करिए, बहुत सारिया करंट अफेयर न्यूज़ इहदे नाल जुड़ियां होईयां ने, रिवाइज जरूर कराना तुहानूं एक बारी मैं। सब तो पहला हाल ही दे विच आपां पढ़ के हटे सी जी, एक इत्थे अभियान शुरू किया सी जिहदा नाम सी जल अभिषेक अभियान, ठीक है ना, हाल ही विच आपां पढ़ के हटे हैं। और इस तो इलावा देखो सब तो इंपोर्टेंट फैक्ट तो एक यही याद रखना, एक डिंक सोनिया नाम का जीव है, वो फोसल्स मिले ने आपां नूं मध्य प्रदेश दे विच भीम बेटका जिहड़ियां गुफावां ने उहदे नज़दीक, ठीक है ना। तो डिंक सोनिया नाम के जीव के फोसल्स मिले ने, ये इंपोर्टेंट क्वेश्चन है, आ सकता तुहानूं कित्थे मिले ने, मध्य प्रदेश दे विच मिले ने, ठीक है। लगभग 5700 करोड़ साल पहला ये जीव अपनी धरती पर मौजूद सीगा, ठीक है ना। बाकी देखो मध्य प्रदेश ने ही हाल ही एक मांडू नाम का त्यौहार भी मनाया गया, याद रखना। और इत्थे ही एक देखो सांस नाम का एक अभियान भी ये चलाया गया सी मध्य प्रदेश सरकार ने। देखो सांस का पूरा नाम भी अपने पढ़िया सीगा सोशल अवेयरनैस एंड एक्शन टू न्यूट्रलाइज, ठीक है ना, याद रख सकते हो तुसीं। बाकी देखो एक पंख नाम का अभियान भी मध्य प्रदेश सरकार ने शुरू किया सी जी, हमारा घर हमारा विद्यालय नाम की योजना तुहानूं पता होएगी। और बाकी एक देखो पुलिस के नाल रिलेटेड तुहानूं मैं फैक्ट दसदा, मध्य प्रदेश की छतरपुर जिला पुलिस ने अभियान चलाया सी जी, एक संकल्प बुजुर्गों के नाम, ठीक है ना। और इसी तरीके नाल मध्य प्रदेश की बैतूल जिला पुलिस ने भी एक अभियान चलाया सी जिहदा नाम सी आस पास, ठीक है ना। तो इस उन्हें पुलिस के नाल रिलेटेड भी क्वेश्चन याद रखने ने, ठीक है जी। बाकी मध्य प्रदेश देखो दो शहर तुहानूं हमेशा दसदा हुंदा जी, ग्वालियर ते ओरछा, दोनों शहरों नूं ही यूनैस्को की विश्व विरासत शहरों की सूची में शामिल कर लिया गया हुण यूनैस्को द्वारा, ठीक है ना। तो नाल ये याद रखना। सो इन्ने सारे फैक्ट तुसीं मध्य प्रदेश तो रिलेटेड याद रख सकते हो जी, ये सारे इंपोर्टेंट ने। अच्छा एक नैशनल पार्क इंपोर्टेंट ने मध्य प्रदेश के, कई बार आपां नूं देखण नूं मिलदे ने एग्जाम दे विच मध्य प्रदेश के नैशनल पार्क किहड़े-किहड़े नैशनल पार्क ने भला, तो याद रख सकते हो जी। कान्हा नैशनल पार्क है इत्थे, बांधवगढ़ नैशनल पार्क है, पन्ना, सतपुड़ा, माधव, संजय, बाकी एक पैंचगा और लास्ट वन विहार, ठीक है ना। ये सारे नैशनल पार्क मध्य प्रदेश के ने, ये सोने जरूर ध्यान में रखने ने। सो गल करते हुण आपां नैक्सट क्वेश्चन बारे जी, हू वॉन दी वूमेन्स सिंगल्स टाइटल एट दी 2021 आस्ट्रेलियन ओपन। देखो जी कहते 2021 के आस्ट्रेलियन ओपन दे विच महिला सिंगल का खिताब किसने जित्या गा। अज की क्लास का सब तो इंपोर्टेंट प्रश्न यही है, ठीक है ना। सब तो पहले देखो मैं तुहानूं थोड़ा जिहा क्वेश्चन का आंसर दस्सण तो पहले एक दो फैक्ट दस देना इस क्वेश्चन के नाल रिलेटेड। देखो जी अपने टैनिस के विच 4 ओपनस होंदे ने टोटल। सब तो पहला हुंदा जी आस्ट्रेलियन ओपन जिहड़ा कि हुण हो के हटियागा, फिर हुंदा जी फ्रेंच ओपन, थर्ड हुंदा विंबलडन ओपन और फोर्थ हुंदा US ओपन, ठीक है। तुहानूं बहुतिआं नूं पता होएगा इहदे बारे। और अगर आप गल करिए जिहड़ा सब तो पहला ग्रैंड स्लैम है जानी कि आस्ट्रेलियन ओपन, ये हुण हो के हटियागा। और देखो ये मैनस और वूमेंस दोनों सिंगल की कैटेगरी में एक जोड़ा हुण जिते ने प्लेयर, और उन्होंने बारे आपको पता होना चाहिए। क्वेश्चन में आपको पूछा जी महिला सिंगल्स बारे, तो महिला इस बार जितया जी आस्ट्रेलियन ओपन न्योमी ओसाका के द्वारा, ठीक है ना। अपने आप मोस्ट इंपोर्टेंट नाम है जी न्योमी ओसाका का, जापान तो यह टैनिस प्लेयर हैगी, ये बारे याद रखना। और इन्हें हराया किसनूं है, जैनिफर ब्रैंडी नूं हराया। ऑप्शन नंबर सी में इन्होंने नाम तुसीं देख रहे होंगे, USA की प्लेयर हैगी जिसनूं इन्हें हराया, ठीक है ना। सो विन किया है हुण वूमेंस दे विच न्योमी ओसाका ने, जिहड़ी कि जापान तो अपना संबंध रखती हैगी। और देखो जी इन्हें चौथी बार
यानी कि 4 बार ग्रैंड स्लैम ਜਿਹੜੇ टाइटल जिते ने और ये 4 बार ਕਿਹੜੇ टाइटल इन्हें जिते ने ये भी ਤੁਹਾਨੂੰ पता होना चाहिए। मैं ਤੁਹਾਨੂੰ एक बार रिवाइज कराना यानी कि ਹੁਣ ਇਹਨੇ चौथी बार ਜਿਹੜਾ ਇਹ ग्रैंड स्लैम ਜਿਹੜਾ टाइटल ਜਿੱਤਿਆ ਗਾ। ਸਭ ਤੋਂ ਪਹਿਲਾਂ ਨਿਓਮੀ ਓਸਾਕਾ ਨੇ ਸਾਲ 2018 ਦੇ ਵਿੱਚ ਜਿੱਤਿਆ ਸੀਗਾ ਕਿਹੜਾ US ਓਪਨ ਜਿੱਤਿਆ ਸਭ ਤੋਂ ਲਾਸਟ ਵਾਲਾ, ਠੀਕ ਹੈ ਨਾ। ਫਿਰ ਸਾਲ 2019 ਦੇ ਵਿੱਚ ਇਹਨੇ ਆਸਟ੍ਰੇਲੀਅਨ ਓਪਨ ਹੀ ਜਿੱਤਿਆ ਜਿਹੜਾ ਹੁਣ ਜਿੱਤਿਆ। ਫਿਰ 2020 ਦੇ ਵਿੱਚ ਫਿਰ ਇਸਨੇ US ਓਪਨ ਹੀ ਜਿੱਤਿਆ ਤੇ ਹੁਣ 2021 ਦੇ ਵਿੱਚ ਹੁਣ ਦੁਬਾਰੇ ਫਿਰ ਇਸਨੇ ਆਸਟ੍ਰੇਲੀਅਨ ਓਪਨ ਜਿੱਤਿਆ, ਠੀਕ ਹੈ ਨਾ। ਤਾਂ ਇਸ ਤਰੀਕੇ ਨਾਲ ਤੁਸੀਂ ਯਾਦ ਵੀ ਇਹਨੂੰ ਰੱਖ ਸਕਦੇ ਹੋਗੇ। देखो ये तो सी वूमेंस ਦੇ ਵਿੱਚ। ਹੁਣ ਇੱਥੇ ਅਗਰ ਆਪਾਂ ਗੱਲ ਕਰੀਏ ਆਸਟ੍ਰੇਲੀਅਨ ਓਪਨ ਦੇ ਵਿੱਚ ਜਿਹੜੀ ਮੈਨਸ ਕੈਟਾਗਰੀ ਹੈ, ਠੀਕ ਹੈ ਨਾ, ਮੈਨਸ ਦੀ ਕੈਟਾਗਰੀ ਵਿੱਚ ਕਿਸ ਨੇ ਜਿੱਤਿਆਗਾ ਤਾਂ ਮੈਨਸ ਕੈਟਾਗਰੀ ਜਿੱਤਿਆ ਨੋਵਾਕ ਜੋਕੋਵਿਚ ਇਹਨਾਂ ਦਾ ਨਾਮ ਹੈਗਾ, ਠੀਕ ਹੈ। ਨੋਵਾਕ ਜੋਕੋਵਿਚ ਦੀ ਗੱਲ ਕਰੀਏ ਸਰਬੀਆ ਕੰਟਰੀ ਤੋਂ ਇਹ ਟੈਨਿਸ ਪਲੇਅਰ ਹੈਗੇ ਨੇਗੇ ਔਰ ਇਹਨਾਂ ਦਾ ਵੀ ਇਹ 9ਵਾਂ ਖਿਤਾਬ ਹੈਗਾ, ਠੀਕ ਹੈ ਨਾ। 9ਵੀਂ ਵਾਰ ਇਹਨਾਂ ਨੇ ਟਾਈਟਲ ਜਿੱਤਿਆਗਾ, ਠੀਕ ਹੈ ਜੀ। ਬਾਕੀ ਮੈਨਸ ਵਿੱਚ ਸਿੱਧਾ ਯਾਦ ਰੱਖਣਾ ਨੋਵਾਕ ਜੋਕੋਵਿਚ ਔਰ ਵੂਮੈਨ ਸਿੰਗਲ ਦੇ ਵਿੱਚ ਨਿਓਮੀ ਓਸਾਕਾ ਦੇ ਦੁਆਰਾ ਜਿੱਤਿਆ ਗਿਆਗਾ ਇਹ, ਠੀਕ ਹੈ ਨਾ। ਤਾਂ ਇਹਦੇ ਬਾਰੇ ਤੁਹਾਨੂੰ ਯਾਦ ਰੱਖਣਾ। ਬਾਕੀ ਦੇਖੋ ਜਿਹੜੇ ਇਹ 4 ਗ੍ਰੈਂਡ ਸਲੈਮ ਵੀ ਤੁਹਾਨੂੰ ਮੈਂ ਦੱਸੇ ਨੇ ਟੈਨਿਸ ਦੇ ਵਿੱਚ, ਇਹ ਆਪਣੇ ਆਪ ਵਿੱਚ ਮੋਸਟ ਇੰਪੋਰਟੈਂਟ ਨੇ। ਹਰ ਇੱਕ ਪੇਪਰ ਵਿੱਚ ਇਹਨਾਂ ਵਿੱਚੋਂ ਕੁਐਸਚਨ ਦੇਖਣ ਨੂੰ ਆਪਾਂ ਨੂੰ ਡੈਫੀਨੇਟਲੀ ਮਿਲਦਾ ਹੀ ਮਿਲਦਾ ਹੁੰਦਾ, ਠੀਕ ਹੈ ਨਾ। ਦੇਖੋ ਜੀ ਆਪਾਂ ਨੂੰ ਇੱਕ ਗੱਲ ਇਹਦੇ ਬਾਰੇ ਹੋਰ ਵੀ ਪਤਾ ਹੋਣੀ ਚਾਹੀਦੀ, ਮੈਂ ਦੱਸ ਦਿੰਦਾ ਗਾ ਵੀ ਜਿਹੜੇ ਇਹ ਓਪਨਸ ਹੈਗੇ ਨੇ ਟੈਨਿਸ ਜਿਹੜੇ ਟੂਰਨਾਮੈਂਟ ਨੇ ਇਹ, ਠੀਕ ਹੈ ਨਾ, ਇਹ ਕਿਹੜੇ ਕੋਰਟ 'ਤੇ ਖੇਡੇ ਜਾਂਦੇ ਨੇ, ਜਾਣੀ ਕਿ ਜ਼ਮੀਨ ਜਾਂ ਗਰਾਊਂਡ ਤੁਸੀਂ ਕਹਿ ਸਕਦੇ ਹੋ ਕਿਸ ਤਰੀਕੇ ਦਾ ਹੁੰਦਾ ਗਾ। ਗੱਲ ਕਰੀਏ ਆਸਟ੍ਰੇਲੀਅਨ ਓਪਨ ਦੀ, ਇਹ ਹਾਰਡ ਕੋਰਟ 'ਤੇ ਖੇਡਿਆ ਜਾਂਦਾ, ਜਾਣੀ ਕਿ ਸਖਤ ਜ਼ਮੀਨ ਹੁੰਦੀ ਹੈਗੀ ਉਸ 'ਤੇ ਖੇਡਿਆ ਜਾਂਦਾ। ਔਰ ਲਾਸਟ ਵਾਲਾ US ਓਪਨ ਇਹ ਵੀ ਹਾਰਡ ਕੋਰਟ 'ਤੇ ਹੀ ਖੇਡਿਆ ਜਾਂਦਾ, ਠੀਕ ਹੈ ਨਾ। ਗੱਲ ਕਰੀਏ ਫ੍ਰੈਂਚ ਓਪਨ ਦੀ, ਇਹ ਖੇਡਿਆ ਜਾਂਦਾ ਕਲੇ ਕੋਰਟ 'ਤੇ, ਜਾਣੀ ਕਿ ਮਿੱਟੀ ਦਾ ਗਰਾਊਂਡ ਹੁੰਦਾ ਗਾ। ਔਰ ਗੱਲ ਕਰੀਏ ਵਿੰਬਲਡਨ ਦੀ ਤਾਂ ਇਹ ਖੇਡਿਆ ਜਾਂਦਾ ਗਰਾਸ ਕੋਰਟ 'ਤੇ, ਜਾਣੀ ਕਿ ਘਾਹ ਦੇ ਕੋਰਟ 'ਤੇ, ਠੀਕ ਹੈ ਨਾ। ਤਾਂ ਇਸ ਤਰੀਕੇ ਨਾਲ ਤੁਹਾਨੂੰ ਇਹ ਵੀ ਫੈਕਟ ਨਾਲ ਇਸ ਕੁਐਸਚਨ ਦੇ ਨਾਲ ਯਾਦ ਰੱਖਣੇ ਨੇਗੇ। ਤਾਂ ਇੰਨੇ ਸਾਰੇ ਫੈਕਟ ਇਸ ਕੁਐਸਚਨ ਨਾਲ ਰਿਲੇਟਡ ਯਾਦ ਰੱਖਿਓ ਜੀ। ਔਰ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਤਾਂ ਕਰਕੇ ਤੁਹਾਨੂੰ ਇੰਨੀ ਵਾਰ ਇਹਦੇ ਬਾਰੇ ਦੱਸਿਆ ਗਾ, ਠੀਕ ਹੈ ਨਾ। ਬਾਕੀ ਹੁਣ ਇੱਕ ਜਿਹੜਾ ਫਸਟ ਟੂਰਨਾਮੈਂਟ ਹੈਗਾ ਆਸਟ੍ਰੇਲੀਅਨ ਓਪਨ ਹੋ ਚੁੱਕਿਆ ਹੈਗਾ ਔਰ ਆਉਣ ਵਾਲੇ ਸਮੇਂ 'ਚ ਜਿਹੜੇ 3 ਟੂਰਨਾਮੈਂਟ ਵੀ ਜਿਹੜੇ ਹੋਣਗੇ, ਠੀਕ ਹੈ ਨਾ। ਤਾਂ ਇਹਨਾਂ ਬਾਰੇ ਆਪਾਂ ਉਦੋਂ ਪੜ੍ਹ ਲਵਾਂਗੇ। ਬਾਕੀ ਆਸਟ੍ਰੇਲੀਅਨ ਓਪਨ ਦੀ ਸ਼ੁਰੂਆਤ ਹੋਈ ਸੀ ਸੰਨ 1905 ਦੇ ਵਿੱਚ, ਠੀਕ ਹੈ ਨਾ, ਮੈਲਬੌਰਨ ਦੇ ਵਿੱਚ ਹੋਈ ਸੀਗੀ, ਠੀਕ ਹੈ, ਯਾਦ ਰੱਖ ਸਕਦੇ ਹੋ ਤੁਸੀਂ ਵੀ। ਸੋ ਗੱਲ ਕਰਦੇ ਹੁਣ ਆਪਾਂ ਨੈਕਸਟ ਕੁਐਸਚਨ ਬਾਰੇ ਜੀ। Who won the International Press Institute India Award 2020 for Excellence in Journalism? ਦੇਖੋ ਜੀ ਕਹਿੰਦੇ ਵਧੀਆ ਪੱਤਰਕਾਰੀ ਵਿੱਚ ਉੱਤਮਤਾ ਲਈ ਯਾਨੀ ਕਿ ਕੌਮਾਂਤਰੀ ਪ੍ਰੈਸ ਇੰਸਟੀਚਿਊਟ ਇੰਡੀਆ ਅਵਾਰਡ 2000 ਕਿਸ ਨੇ ਜਿੱਤਿਆ ਗਾ। ਦੇਖੋ ਜੀ ਜਿਹੜਾ ਅਵਾਰਡ ਆ ਵਧੀਆ ਪੱਤਰਕਾਰੀ ਕਰਕੇ ਦਿੱਤਾ ਜਾਂਦਾ ਔਰ ਇਸ ਸਾਲ ਜਿਹੜਾ ਅਵਾਰਡ ਦਿੱਤਾ ਗਿਆ ਰਿਤਿਕਾ ਚੋਪੜਾ ਨੂੰ। ਰਿਤਿਕਾ ਚੋਪੜਾ ਬਾਰੇ ਯਾਦ ਰੱਖਣਾ, ਠੀਕ ਹੈ ਨਾ। ਦੇਖੋ ਰਿਤਿਕਾ ਚੋਪੜਾ ਵੈਸੇ ਹੈਗੀ ਕੌਣ ਹੈ ਤੇ ਇਹਦੇ ਬਾਰੇ ਯਾਦ ਰੱਖਣਾ ਇੱਕ ਅਖਬਾਰ ਆ ਇੰਡੀਅਨ ਪ੍ਰੈਸ ਦੀ ਕੀ ਆ ਇਹ ਸੀਨੀਅਰ ਅਸਿਸਟੈਂਟ ਐਡੀਟਰ ਹੈਗੀ ਰਿਤਿਕਾ ਚੋਪੜਾ। ਔਰ ਇਸ ਸਾਲ ਦਾ ਇਹਨਾਂ ਨੂੰ ਜਾਣੀ ਕਿ ਕੌਮਾਂਤਰੀ ਪ੍ਰੈਸ ਇੰਸਟੀਚਿਊਟ ਇੰਡੀਆ ਅਵਾਰਡ 2020 ਜਿਹੜਾ ਦਿੱਤਾ ਗਿਆ ਗਾ, ਠੀਕ ਹੈ ਨਾ। ਅੱਛਾ ਦਿੱਤਾ ਕਿਉਂ ਗਿਆ ਗਾ ਕਿਉਂਕਿ ਦੇਖੋ ਸਾਲ 2019 ਦੀਆਂ ਜਿਹੜੀਆਂ ਲੋਕ ਸਭਾ ਜਿਹੜੀਆਂ ਚੋਣਾਂ ਹੈਗੀਆਂ ਸੀ ਵੋਟਾਂ ਸੀਗੀਆਂ ਉਸ ਦੇ ਵਿੱਚ ਕੀ ਆ ਇਲੈਕਸ਼ਨ ਕਮਿਸ਼ਨ ਆ ਜਿਹੜਾ ਆਪਣੇ ਭਾਰਤ ਦਾ ਉਸ ਦੇ ਉੱਤੇ ਇੱਕ ਇਹਨਾਂ ਨੇ ਰਿਪੋਰਟ ਪੇਸ਼ ਕੀਤੀ ਸੀ ਆਪਣੀ, ਠੀਕ ਆ, ਰਿਪੋਰਟ ਤਿਆਰ ਕੀਤੀ ਤਾਂ ਕਰਕੇ ਇਹਨਾਂ ਨੂੰ ਇਹ ਅਵਾਰਡ ਜਿਹੜਾ ਦਿੱਤਾ ਗਿਆ। ਔਰ ਬਸ ਸਿੱਧਾ ਉਹਨੇ ਨਾਂ ਯਾਦ ਰੱਖਣਾ ਜੀ ਰਿਤਿਕਾ ਚੋਪੜਾ ਇਹਨਾਂ ਦਾ ਨਾਮ ਹੈਗਾ। ਸੋ ਇਹੀ ਆਪਣੇ ਲਈ ਇੰਪੋਰਟੈਂਟ ਹੈਗਾ, ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਬਾਰੇ ਗੱਲ ਕਰਦੇ ਹਾਂ। Who has won the women's singles title in the 82 ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ? ਦੇਖੋ ਜੀ ਕਹਿੰਦੇ 82ਵੀਂ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਵਿੱਚ ਕਿਸ ਨੇ ਮਹਿਲਾ ਸਿੰਗਲ ਖਿਤਾਬ ਜਿੱਤਿਆ? ਦੇਖੋ ਜੀ ਇਹ ਟੇਬਲ ਟੈਨਿਸ ਜਿਹੜੀ ਹੋ ਕੇ ਹਟਿਆ ਸੀ ਟੂਰਨਾਮੈਂਟ, ਠੀਕ ਹੈ, ਔਰ ਇਹਦੇ ਵਿੱਚ ਜਿਹੜਾ ਖਿਤਾਬ ਜਿੱਤਿਆ ਹੈਗਾ ਮਣਿਕਾ ਬੱਤਰਾ ਦੁਆਰਾ ਜਿੱਤਿਆ ਗਿਆ। ਆਪਸ਼ਨ ਨੰਬਰ ਇਹ ਆਪਣਾ ਬਿਲਕੁਲ ਰਾਈਟ ਆਨਸਰ ਹੈ। ਬਾਕੀ ਅਗਰ ਆਪਾਂ ਗੱਲ ਕਰੀਏ ਇਸ 82ਵੀਂ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਬਾਰੇ, ਇਹ ਹੋਏ ਕਿੱਥੇ ਸੀ? ਇਹ ਹੋਏ ਸੀ ਜੀ ਤਾਊ ਦੇਵੀਲਾਲ ਸਪੋਰਟਸ ਕੰਪਲੈਕਸ ਪੰਚਕੂਲਾ ਹਰਿਆਣਾ ਦੇ ਵਿੱਚ ਇਹ ਹੋਏ ਸੀਗੇ। ਔਰ ਇਹਦੇ ਵਿੱਚ ਜਿਹੜਾ ਖਿਤਾਬ ਹੁਣ ਜਿੱਤਿਆ ਗਾ ਮਣਿਕਾ ਬੱਤਰਾ ਦੇ ਦੁਆਰਾ ਜਿੱਤਿਆ ਗਿਆ ਗਾ, ਠੀਕ ਹੈ ਨਾ। ਸੋ ਇਹਦੇ ਬਾਰੇ ਤੁਹਾਨੂੰ ਧਿਆਨ ਵਿੱਚ ਰੱਖਣਾ, ਠੀਕ ਹੈ ਜੀ। ਸੋ ਮਣਿਕਾ ਬੱਤਰਾ ਦਾ ਨਾਮ। ਸੋ ਗੱਲ ਕਰਦੇ ਆਪਾਂ ਨੈਕਸਟ ਕੁਐਸਚਨ ਬਾਰੇ ਜੀ। ਦੀ ਐਂਟੀ ਟੈਂਕ ਮਿਸਾਈਲ ਹਾਲੀਨਾ ਐਂਡ ਧਰੁਵ ਬਸਤਰਾ ਵਰ ਸਕਸੈਸਫੁਲੀ ਟੈਸਟਡ, ਹੂ ਡਿਵੈਲਪਡ ਦੈਮ? ਦੇਖੋ ਜੀ ਕਹਿੰਦੇ ਐਂਟੀ ਟੈਂਕ ਮਿਸਾਈਲਸ ਨੇਗੇ 2 ਔਰ ਇਹਨਾਂ ਨਾਮ ਹੈਗਾ ਹੈਲੀਨਾ ਔਰ ਧਰੁਵ ਬਸਤਰਾ। ਇਸ ਨੂੰ ਸਫਲਤਾਪੂਰਵਕ ਹੁਣ ਟੈਸਟ ਕੀਤਾ ਗਿਆ ਸੀਗਾ ਔਰ ਇਹਦਾ ਵਿਕਾਸ ਜਾਣੀ ਕਿ ਕਿਸ ਨੇ ਬਣਾਏ ਸੀਗੇ ਦੋਨੇ? ਤਾਂ ਇਹ ਬਣਾਏ ਗਏ ਸੀ ਜੀ DRDO ਦੇ ਦੁਆਰਾ, ਠੀਕ ਹੈ। ਪੂਰੇ ਤਰੀਕੇ ਨਾਲ ਆਪਣੇ ਸਵਦੇਸ਼ੀ ਕੀ ਇੱਕ ਮਿਸਾਈਲਸ ਹੈਗੀਆਂ ਸੀਗੀਆਂ ਔਰ ਜਿਨ੍ਹਾਂ ਨੂੰ ਤਿਆਰ ਕੀਤਾ ਸੀਗਾ DRDO ਨੇ। DRDO ਮਤਲਬ ਜੀ ਡਿਫੈਂਸ ਰਿਸਰਚ ਐਂਡ ਡਿਵੈਲਪਮੈਂਟ ਆਰਗੇਨਾਈਜੇਸ਼ਨ ਇਹਦਾ ਪੂਰਾ ਨਾਂ ਜੀ। ਔਰ ਇਹਦੀ ਸਥਾਪਨਾ ਆਪਣੇ ਭਾਰਤ ਵਿੱਚ ਸੰਨ 1958 ਵਿੱਚ ਹੋਈ ਸੀਗੀ, ਠੀਕ ਹੈ, ਯਾਦ ਰੱਖ ਸਕਦੇ ਹੋ। ਔਰ ਇਹਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿੱਚ ਹੈਗਾ ਔਰ ਇਹਦੇ ਜਿਹੜੇ ਹੈੱਡ ਨੇ ਜਾਣੀ ਕਿ ਚੇਅਰਮੈਨ ਨੇ
इन्हों नाम है जी सतीश रेड्डी, ठीक है ना। तो जी सतीश रेड्डी का नाम भी ध्यान में रखियो। क्यों ध्यान में रखियो? क्योंकि इन्हों का हाल ही में 2 सालों वास्ते कार्यकाल भी सरकार ने ਵਧਾਇਆ ਸੀਗਾ, ठीक है, ਤਾਂ करके इन्हों नाम न्यूज़ में हैगा सीगा। बाकी इस क्वेश्चन बारे याद रखना। इन्होंने मिसाइल के नाम ध्रुवस्त्रा और हैलीना। वैसे जी हैलीना मिसाइल है, यदी रेंज हैगी 7 किलोमीटर, ठीक है, याद रख सकते हो भी। बाकी इन्होंने नाम ही इंपोर्टेंट है, यही ध्यान में रखने। सो नैक्सट क्वेश्चन बारे गल करते हैं। विच स्टेट्स अनुराधा हैज़ वॉन दी गार्गी अवार्ड 2021। देखो जी, कहते किहड़े राज की अनुराधा ने गार्गी अवार्ड 2021 जित्या गा। देखो जी, गार्गी अवार्ड 2021 मिलिया हुण अनुराधा, इन्हों का नाम ध्यान में रखना पहली गल तो। और ये किहड़ी स्टेट तो है, ये हैगी जी राजस्थान तो, ठीक है ना। सो इन्होंने बारे याद रखना जी, अनुराधा को दिता गया 2021 का गार्गी अवार्ड, ठीक है, इन्हों नाम ही इंपोर्टेंट अपने लिए। बाकी देखो, ये राजस्थान तो बिलोंग करती है, तो राजस्थान बारे भी गलबात कर लेंगे कि पिंक यदी कैपीटल है जी जयपुर। जयपुर नूं पिंक सिटी ऑफ इंडिया भी कहा जाता गा। और जयपुर की ही पुलिस अकैडमी में थोड़े याद होएगा जी, आपने पढ़िया सीगा। बेस्ट इंस्टीट्यूट फॉर ट्रेनिंग का जिहड़ा एक स्टेटस दिता गया सी सरकार के वलों। और जयपुर नाल याद रख सकते हो, अपने देश का पहला ऑर्गन डोनर मैमोरीयल भी जयपुर में खोलिया जा रहा है, ठीक है ना। तो ये बारे तुसीं ध्यान में रख सकते हो। बाकी राजस्थान के CM है ने जी अशोक गहलोत और गवर्नर ने कलराज मिश्रा, ठीक है ना। जयपुर तो देखो एक गल याद रखनी, हाल ही दे वन नेशन वन राशन कार्ड प्रणाली नूं लागू करने वाला देश का 12वां राज यह बनया सीगा, ठीक है, अपने पढ़िया सी। बाकी बैगर फ्री कैंपेन भी शुरू किया राजस्थान ने। एम सेंड नाम की एक पॉलिसी भी शुरू किया राजस्थान सरकार ने, ठीक है ना। और इस तो इलावा देखो एक इंदिरा रसोई योजना शुरू किया। इंदिरा गांधी मातृत्व पोषण योजना भी शुरू किया राजस्थान सरकार ने। तो ये सारे फैक्ट तुसीं राजस्थान नाल रिलेटेड याद रख सकते हो जी, ये सारे इंपोर्टेंट ने, ठीक है ना। बाकी राजस्थान की एक अनुराधा नूं गार्गी अवार्ड 2021 जिहड़ा दिता गया, ये ना भुलना, ठीक है ना, ये भी इंपोर्टेंट अपने लिए। हाँ जी, अपना नैक्सट क्वेश्चन है विच इज़ दी ओनली इंडियन सिटी टू रैकोगनाइज्ड एज द 2020 ट्री सिटी ऑफ द वर्ल्ड। देखो जी, कहते विश्व ट्री सिटी 2020 वजों मानता प्राप्त इकलौता भारतीय शहर किहड़ा है। देखो जी, जिहड़ा हुण शहर बनया अपने भारत इकलौता शहर वो है जी हैदराबाद, ठीक है ना। हैदराबाद तुहानूं पता है जी तेलंगाना स्टेट की कैपीटल हैगी, राजधानी हैगी तेलंगाना की, ठीक है ना, हैदराबाद। और इक्को एक जिहड़ा अपना शहर अपने भारत का बनया जिहड़ा कि 2020 के ट्री सिटियां की सूची में शामिल किया गया। हालांकि अगर आप गल करिए सूची में पूरे दुनिया के 51 जिहड़े शहर ले गए हैं, और इन 51 विचों हैदराबाद की एक अपन राज दे शामिल किया गया, ठीक है ना। क्यों किया गया वैसे? क्योंकि हाल ही में देखो तेलंगाना सरकार ने हैदराबाद के एक हरित हरम नाम का अभियान चलाया सीगा। और ये हरित हरम नाम का अभियान तेलंगाना के दरख्तों की गिनती नूं ਵਧਾਉਣ वास्ते और दरख्तों नूं कटाई तो रोकण वास्ते, ठीक है ना, दरख्तों नूं कट्टण तो रोकण वास्ते एक अभियान हैगा सीगा। और इस करके भी जिहड़ा इन्हां नूं जिहड़ा इस सूची में शामिल किया गया, जानी कि जिहड़ा एक इन्हां नूं टाइटल दिता गया गा ट्री सिटी का, ठीक है ना। तो ये बारे सुने याद रखना। और बाकी अच्छा, ये टाइटल दिंदा कौन है, तो इन्हां बारे भी याद रख सकते हो। दी अरवॉर डे फाउंडेशन ਅਤੇ दी फूड एंड एग्रीकल्चर ऑर्गेनाइजेशन द्वारा ये जिहड़ा स्टेटस एक दिता जाता है, ठीक है ना। ये बारे भी याद रख सकते हो तुसीं। बाकी देखो हैदराबाद बारे भी गल करिए, हैदराबाद नाल 2-3 फैक्ट इंपोर्टेंट ने तुहानूं मैं दस देना गा। देखो जी, पहली गल तो हैदराबाद कैपीटल हैगी तेलंगाना स्टेट की। और हैदराबाद इंपोर्टेंट क्यों है? क्योंकि हैदराबाद का जिहड़ा मैट्रो नैटवर्क आ इंडिया का दूजे नंबर का सब तो लारजैसट मैट्रो नैटवर्क बनया सी। और पहले नंबर का हैगा दिल्ली का, ठीक है, याद रखना। बाकी हैदराबाद का एक नेहरू जूलॉजिकल पार्क है जी, और इसनूं हुण ISO सर्टिफिकेट मिलिया सीगा, ठीक है ना। यानी कि देश का पहला अजिहा चिड़ियाघर बनया सीगा नेहरू जूलॉजिकल पार्क, जिहड़ा कि हैदराबाद दे विच हैगा, जिसनूं कि ISO सर्टिफिकेट मिलिया सीगा, ठीक है ना, इन्हें याद रखना। बाकी इस तो इलावा दुनिया का सब तो बड़ा एक मैडिटेशन सेंटर भी हैदराबाद विच बनाया जा रहा है, ठीक है ना। तो 3-4 फैक्ट ने हैदराबाद नाल रिलेटेड जिहड़े तुहानूं ध्यान विच रखने पैणगे जी। बाकी देखो कैपीटल तो हैगी है तेलंगाना की, तेलंगाना के CM याद रखना के चंद्रशेखर राव ने। और गवर्नर हैगे ने डॉक्टर तमिलसाई सौंदरराजन साहब, ठीक है, इन्हां बारे याद रखना। और हुण इन्हां नूं पुडुचेरी के लैफ्टिनेंट गवर्नर भी नियुक्त कर दिता गया, ठीक है ना, सरकार के द्वारा। पहला पुडुचेरी के जिहड़े लैफ्टिनेंट गवर्नर सी किरण बेदी सी, और उन्हां नूं हटा दिता गया, ठीक है ना। तो ये बारे भी तुसीं याद रख सकते होगे। बाकी तेलंगाना की चीफ जस्टिस
ਹੀਮਾ ਕੋਹਲੀ ਬਣੀ ਸੀ ਜੀ, ਠੀਕ ਹੈ, ਇਹਨਾਂ ਬਾਰੇ ਯਾਦ ਰੱਖਣਾ। ਔਰ ਤੇਲੰਗਾਨਾ ਤੋਂ ਹੀ ਯਾਦ ਰੱਖ ਸਕਦੇ ਹੋ। ਦੇਖੋ ਇੱਕ ਮਨਸਾ ਵਾਰਾਣਸੀ ਦਾ ਨਾਮ ਆਪਾਂ ਨੇ ਪੜ੍ਹਿਆ ਸੀ, ਕੌਣ ਹੈਗੀ ਇਹ? ਇਹਨਾਂ ਨੂੰ BLCC ਫੈਮੀਨਾ ਮਿਸ ਇੰਡੀਆ ਵਰਲਡ 2020 ਦਾ ਖਿਤਾਬ ਮਿਲਿਆ ਸੀ ਹਾਲ ਵਿੱਚ, ਤਾਂ ਇਹਦੇ ਬਾਰੇ ਵੀ ਯਾਦ ਰੱਖਣਾ ਜੀ। ਹੋਰ ਤੇਲੰਗਾਨਾ ਤੋਂ ਯਾਦ ਰੱਖ ਸਕਦੇ ਹੋ। ਦੇਖੋ ਇੱਕ ਮਿਸ਼ਨ ਭਾਗੀਰਥ ਸ਼ੁਰੂ ਕੀਤਾ ਸੀ, ਪਾਣੀ ਦੀਆਂ ਬੋਤਲਾਂ ਦੀ ਸ਼ੁਰੂਆਤ ਕੀਤੀ ਤੇਲੰਗਾਨਾ ਨੇ। ਕਨੂਆ ਨਾਂ ਦਾ ਤਿਉਹਾਰ ਮਨਾਇਆ ਸੀ ਤੇਲੰਗਾਨਾ ਸਟੇਟ ਦੇ ਵੱਲੋਂ। ਔਰ ਧਰਨੀ ਨਾਂ ਦਾ ਇੱਕ ਪੋਰਟਲ ਸੀਗਾ ਤੇਲੰਗਾਨਾ ਸਰਕਾਰ ਨੇ ਸ਼ੁਰੂ ਕੀਤਾ ਸੀ। ਇਲੈਕਟ੍ਰੀਕਲ ਵਾਹਨ ਨੀਤੀ ਨੂੰ ਲਾਗੂ ਕਰਨ ਵਾਲਾ ਦੇਸ਼ ਦਾ ਤੀਜਾ ਰਾਜ ਬਣਿਆ ਸੀ ਤੇਲੰਗਾਨਾ। 2020 ਜਿਹੜਾ ਸਾਲ ਲੰਘਿਆ ਗਾ ਉਸ ਨੂੰ AI ਦਾ ਸਾਲ ਵੀ ਘੋਸ਼ਿਤ ਕੀਤਾ ਸੀ ਤੇਲੰਗਾਨਾ ਨੇ। ਅਤੇ ਕੁਝ ਇੰਪੋਰਟੈਂਟ ਜਿਹੇ ਫੈਕਟ ਸੀ ਜਿਹੜੇ ਤੇਲੰਗਾਨਾ ਨਾਲ ਰਿਲੇਟਡ ਇੰਪੋਰਟੈਂਟ ਬਣਦੇ ਸੀ, ਇਹਨਾਂ ਨੂੰ ਧਿਆਨ ਵਿੱਚ ਰੱਖਣਾ ਪਏਗਾ, ਠੀਕ ਹੈ ਨਾ। ਸੋ ਨੈਕਸਟ ਕੁਐਸਚਨ ਬਾਰੇ ਗੱਲਬਾਤ ਕਰਦੇ ਹਾਂ ਜੀ ਹੁਣ ਆਪਾਂ। What is the name of the campaign launched by the Government of India to promote the adoption of electrical vehicle and equipments? ਭਾਰਤ ਸਰਕਾਰ ਦੇ ਦੁਆਰਾ ਦੇਖੋ ਜੀ ਹੁਣ ਇੱਕ ਨਾ ਇਲੈਕਟ੍ਰੀਕਲ ਵਾਹਨ ਅਤੇ ਉਪਕਰਨਾਂ ਨੂੰ ਅਪਣਾਉਣ ਲਈ ਇੱਕ ਮੁਹਿੰਮ ਚਲਾਈ ਗਈ ਆ। ਔਰ ਇਹ ਜਿਹੜੀ ਮੁਹਿੰਮ ਦਾ ਨਾਮ ਆਪਾਂ ਨੇ ਦੱਸਣਾ ਕੀ ਹੈਗਾ। ਦੇਖੋ ਜੀ ਇਹਦਾ ਮੁਹਿੰਮ ਦੀ ਸ਼ੁਰੂਆਤ ਕੀਤੀ ਹੈਗੀ ਨਿਤਿਨ ਗਡਕਰੀ ਨੇ। ਦੇਖੋ ਜੀ ਨਿਤਿਨ ਗਡਕਰੀ ਕੌਣ ਹੈ? ਵੈਸੇ ਇਹਨਾਂ ਕੋਲ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਐਂਡ ਹਾਈਵੇ ਮਿਨਿਸਟਰੀ ਇਹਨਾਂ ਕੋਲ ਹੈਗੀ ਆ। ਔਰ ਇਹਨਾਂ ਦੇ ਦੁਆਰਾ ਜਿਹੜੀ ਮੁਹਿੰਮ ਹੈ ਔਰ ਇਹਦਾ ਨਾਮ ਹੈ ਗੋ ਇਲੈਕਟ੍ਰੀਕਲ, ਠੀਕ ਹੈ ਨਾ, ਗੋ ਇਲੈਕਟ੍ਰਿਕ ਇਹਦਾ ਮੁਹਿੰਮ ਦਾ ਨਾਮ ਹੈ। ਇਹਦੀ ਸ਼ੁਰੂਆਤ ਕੀਤੀ ਗਈ ਆ। ਸਿੱਧੀ ਜਿਹੀ ਗੱਲ ਹੈ, ਇਹਦੇ ਵਿੱਚ ਜਿਹੜੀ ਮੁਹਿੰਮ ਦੇ ਵਿੱਚ ਜਿਹੜੇ ਆਪਣੇ ਇਲੈਕਟ੍ਰਿਕ ਵਾਹਨ ਜਿਹੜੇ ਹੈਗੇ ਨੇਗੇ ਉਹਨਾਂ ਨੂੰ ਜਿਹੜੇ ਆਪਾਂ ਯੂਜ਼ ਕਰਨ 'ਤੇ ਜ਼ੋਰ ਦਿੱਤਾ ਗਿਆ ਵੀ ਆਪਾਂ ਨੂੰ ਉਹਨਾਂ ਵਾਹਨਾਂ ਦੀ ਵਰਤੋਂ ਕਰਨੀ ਚਾਹੀਦੀ ਹੈਗੀ, ਠੀਕ ਹੈ ਨਾ। ਤਾਂ ਸਿੱਧੀ ਜੀ ਇਸ ਮੁਹਿੰਮ ਦਾ ਨਾਮ ਯਾਦ ਰੱਖਿਓ, ਗੋ ਇਲੈਕਟ੍ਰਿਕ ਇਹਦਾ ਮੁਹਿੰਮ ਦਾ ਨਾਮ ਹੈਗਾ, ਠੀਕ ਹੈ ਜੀ। ਸੋ ਇੰਨੇ ਫੈਕਟ ਹੀ ਯਾਦ ਰੱਖੋ ਜੀ, ਬਹੁਤ ਨੇ ਇਸ ਕੁਐਸਚਨ ਨਾਲ ਰਿਲੇਟਡ। ਬਾਕੀ ਦੇਖੋ ਜੀ ਅੱਜ ਹੁਣ ਗੱਲ ਕਰਦੇ ਹਾਂ, ਹੁਣ ਆਪਾਂ ਗੱਲ ਕਰਦੇ ਹਾਂ ਤੁਹਾਡੇ ਲਈ ਜਿਹੜਾ ਪ੍ਰਸ਼ਨ ਹੈਗਾ ਔਰ ਇਹਦਾ ਸਭ ਨੇ ਹੀ ਰਾਈਟ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਟਾਈਪ ਕਰਨਾ ਗਾ, ਠੀਕ ਹੈ ਨਾ। ਬਾਕੀ ਕਲਾਸ ਵਧੀਆ ਲੱਗੀ ਤਾਂ ਇਹਨੂੰ ਲਾਈਕ ਐਂਡ ਸ਼ੇਅਰ ਕਰਨਾ ਨਾ ਭੁੱਲਿਓ ਜੀ। ਤਾਂ ਤੁਹਾਡੇ ਲਈ ਪ੍ਰਸ਼ਨ ਹੈਗਾ, ਵਿਚ ਸਟੇਟ ਗਵਰਨਮੈਂਟ ਹੈਜ਼ ਲੌਂਚਡ ਫ੍ਰੀ ਮਿਲਕ ਫॉर ਸਟੂਡੈਂਟ ਇਨੀਸ਼ੀਏਟਿਵ। ਦੇਖੋ ਜੀ ਕਹਿੰਦੇ ਕਿਹੜੇ ਰਾਜ ਸਰਕਾਰ ਨੇ ਵਿਦਿਆਰਥੀਆਂ ਲਈ ਮੁਫਤ ਦੁੱਧ ਦੀ ਸ਼ੁਰੂਆਤ ਜਿਹੜੀ ਇੱਕ ਸ਼ੁਰੂ ਕੀਤੀ ਹੈਗੀ, ਅਜਿਹੀ ਇੱਕ ਸਰਵਿਸ ਸ਼ੁਰੂ ਕੀਤੀ ਹੈਗੀ, ਕਿਹੜੇ ਸਟੇਟ ਨੇ ਕੀਤੀ ਆ? ਤਾਂ ਉਸ ਬਾਰੇ ਜ਼ਰੂਰ ਲਿਖਿਓ। ਔਰ ਕੁਝ ਉਹਦੇ ਬਾਰੇ ਹੋਰ ਵੀ ਐਕਸਟਰਾ ਫੈਕਟਸ ਬਾਰੇ ਤੁਹਾਨੂੰ ਨੌਲੇਜ ਹੋਵੇ ਤਾਂ ਉਹ ਵੀ ਤੁਸੀਂ ਜ਼ਰੂਰ ਸਾਂਝਾ ਕਰ ਸਕਦੇ ਹੋ ਕਮੈਂਟ ਬਾਕਸ ਦੇ ਵਿੱਚ, ਠੀਕ ਹੈ ਨਾ। ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਲਾਸ। ਆਈ ਹੋਪ ਤੁਹਾਨੂੰ ਕਲਾਸ ਵਧੀਆ ਲੱਗੀ ਹੋਏਗੀ ਜੀ। ਔਰ ਕਲਾਸ ਵਧੀਆ ਲੱਗੀ ਹੈ ਤੈਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦੇਣਾ, ਠੀਕ ਹੈ ਜੀ। ਸੋ ਓਕੇ ਜੀ, ਧੰਨਵਾਦ, ਟੇਕ ਕੇਅਰ।